ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲਾ ਭੂਮਿਕਾ ਦਾ ਅੱਜ ਅਸੀਂ ਤੀਜਾ ਹਿੱਸਾ ਸ਼ੁਰੂ ਕਰਨ ਲੱਗੇ ਹਾਂ। ਇਸ ਦੇ ਹੋਰ ਵੀ ਕਾਫੀ ਲੈਕਚਰ ਅਸੀਂ ਰਿਕਾਰਡ ਕਰ ਚੁੱਕੇ ਹਾਂ। ਸਾਖੀ ਨੇਮ ਦੀ ਚਿੰਤਨ ਧਾਰਾ, ਅੰਮ੍ਰਿਤ ਵੇਲੇ ਦੀ ਮਹਾਨਤਾ, 2 ਹਿੱਸੇ। ਉਸ ਤੋਂ ਬਾਅਦ ਅੰਮ੍ਰਿਤ ਵੇਲਾ ਭੂਮਿਕਾ ਦਾ 2 ਹਿੱਸੇ ਪਹਿਲਾਂ ਕਰ ਚੁੱਕੇ ਹਾਂ। ਇਹ ਤੀਜਾ ਹਿੱਸਾ ਹੈ ਜੋ ਪ੍ਰੋਫੈਸਰ ਜਗਦੀਸ਼ ਸਿੰਘ ਜੀ ਨੇ ਪੰਜਾਬੀ ਕਾਵਿ ਬਾਰੇ ਆਪਣੇ ਵਿਚਾਰ ਦਿੱਤੇ ਹਨ ਕਿ ਪੰਜਾਬੀ ਕਾਵਿ ਦੇ ਜਿਹੜੇ ਸਰੋਤ ਹੈ ਉਹ ਕਿੱਥੋਂ ਸਰੋਤ ਤੋਂ ਪੰਜਾਬੀ ਕਾਵਿ ਆਪਣਾ ਊਰਜਾ ਲੈ ਰਿਹਾ। ਸ਼ੁਰੂ ਹੈ ਜੀ। ਮਨੁੱਖੀ ਹੋਂਦ ਦੀ ਸੀਮਾ ਦੇ ਸਤਿਕਾਰ ਵਿੱਚ ਰਹਿੰਦਾ ਸਾਖੀ ਨੇਮ ਆਪਣੇ ਨਾਲ ਪਾਰਦਰਸ਼ੀ ਵਿਵੇਕ ਤੰਤਰ ਦੀ ਦਿਸ਼ਾ ਨੂੰ ਸ਼ਬਦ ਨਾਲ ਫਤਿਹ ਕਰਦਾ ਸੰਜਮੀ ਸਾਧਕ ਵੈਰਾਗਤਾ ਦਾ ਤਪ ਸੇਵਾ ਧਰਤੀ ਦੇ ਹਰੇਕ ਸੁੱਚੇ ਅਨੁਭਵ ਵਿੱਚ ਪਈ ਪੂਰਨਤਾ ਨੂੰ ਆਪਣੀ ਪੂਰਨਤਾ ਦੀ ਮੰਜ਼ਿਲ ਦੇ ਕੇ ਜਗਾਉਣਾ, ਮਨੁੱਖੀ ਹਉਂ ਦੇ ਸਫ਼ਰ ਨੂੰ ਮਿਹਰ ਨਾਲ ਪਾਲਣ ਅਤੇ ਕਰਤਾਰੀ ਨੇਮ ਤੋਂ ਮੁਨਕਰ ਹੁੰਦੀ ਉਸ ਦੀ ਸਿਖਰਲੀ ਅਰਾਜਕਤਾ ਨੂੰ ਭੰਨਣ ਵਾਲਾ ਬਲ ਤੇ ਸ਼ਹਾਦਤ ਦੇ ਜੁਝਾਰੂ ਨੇਮ ਆਦਿ ਨੂੰ ਆਪ ਹੀ ਥਾਪ ਆਪਣਾ ਸਹਾਇਕ ਬਣਾ ਲੈਂਦਾ ਹੈ। ਮਨੁੱਖੀ ਸੰਭਾਵਨਾਵਾਂ ਦੇ ਸਗਲੇ ਫੈਲਾਅ ਲਗਾਤਾਰ ਫੈਲਦੇ ਅਨੰਤ ਦੀ ਵਿਸਮਾਦੀ ਮਰਿਆਦਾ ਵਿੱਚ ਥਾਪੇ ਹੋਏ ਹਨ। ਇਸ ਵਿੱਚੋਂ ਹੀ ਇਹ ਧਰਤੀ ਦੇ ਗਿਆਨ, ਸਮਾਜ, ਰਾਜਨੀਤੀ ਆਦਿ ਨਾਲ ਇਕਸੁਰ ਹੁੰਦੇ ਹਨ। ਇਹ ਮਰਿਆਦਾ ਦਾ ਜ਼ਬਤ ਕਿਸੇ ਵੀ ਸ਼ੈ 'ਤੇ ਪਾਬੰਦੀ ਦਾ ਸੂਚਕ ਨਹੀਂ, ਬਲਕਿ ਇਹ ਜ਼ਬਤ ਤੋਂ ਬਾਹਰ ਪਲ ਰਹੀਆਂ ਅਨੁਭੂਤੀਆਂ ਨੂੰ ਵੀ ਆਪਣੀ ਸੇਵਾ ਵਿੱਚ ਲਿਆਉਣ ਦੇ ਲਾਉਣ ਦੇ ਰਾਹ ਆਪਣੇ 'ਚ ਬਣਾਈ ਰੱਖਦਾ ਹੈ। ਇਹ ਗ੍ਰਹਿਸਤ ਦੀ ਵਿਸਮਾਦੀ ਰਸਿਕਤਾ ਵਿਚਲੀ ਸਮਾਜਿਕ ਪਸਾਰ ਨਾਲ ਜੁੜੀ ਸਿਰਜਣਾਤਮਕਤਾ ਨੂੰ ਆਪਣੇ ਅਨੁਭਵ ਦਾ ਸਿੱਧਾ ਹਮਸਫ਼ਰ ਮੰਨਦੀ ਹੈ। ਇੱਥੇ ਰੋਮਾਂਸ ਸਮਾਜਿਕ ਚੇਤਨਤਾ ਨਾਲ ਗਿਆਨ ਦੀ ਉਜਵਲ ਪਾਰਦਰਸ਼ੀ ਸਥਿਤੀ ਵਿੱਚ ਆ ਕੇ ਸਿਰਜਣਾ ਦਾ ਹਿੱਸਾ ਬਣਦਾ ਹੈ। ਇੱਥੇ ਉਹ ਆਪਣੀ ਤਰਲ ਨਜ਼ਾਕਤ ਨੂੰ ਬਚਾਉਂਦਾ ਧੁੰਦਲੇਪਣ ਤੋਂ ਮੁਕਤੀ ਪਾ ਰਸੀਲੀ ਮਿਲਾਪ ਵਾਲੀ ਸਥੂਲਤਾ 'ਚ ਪਲਟਦਾ ਸਮਾਜਿਕ ਕਰਮ ਵਾਲਾ ਬ੍ਰਹਿਮੰਡੀ ਨਿਜਤਵ ਦਾ ਪਾਸਾਰ ਜਗਾ ਲੈਂਦਾ ਹੈ। ਸਾਖੀ ਅਨੁਭਵ ਮਨੁੱਖ ਦੀ ਮਾਨਕ ਸਥਿਤੀ ਨੂੰ ਪਹਿਲ ਦੇਣ ਦੀ ਥਾਂ ਮਨੁੱਖ ਅੰਦਰ ਜ਼ਿੰਦਗੀ ਦੇ ਤੱਤ ਸਾਰ ਦੀ ਸ਼ੁੱਧ ਤਲਾਸ਼ ਨੂੰ ਪ੍ਰਮੁਖਤਾ ਦੇ ਜ਼ਿੰਦਗੀ ਦੀ ਸੋਚ ਪੈਦਾ ਕਰਦਾ ਹੈ। ਇਸ ਪ੍ਰਕਾਰ ਇਸ ਅਨੁਭਵ ਦੇ
ਗ੍ਰਹਿਸਥ ਨੇਮ ਨੂੰ ਨਸਲੀ ਚੇਤਨਾ ਜੋ ਪ੍ਰਮੁੱਖ ਰੂਪ ਵਿੱਚ ਮਾਨਸਿਕ ਜੁਝਾਂ ਨੂੰ ਪ੍ਰਮੁੱਖਤਾ ਦਿੰਦੀ ਹੈ ਵਾਲੇ ਗ੍ਰਹਿਸਥ ਨਾਲ ਰਲਗੱਡ ਨਹੀਂ ਕਰਨਾ ਚਾਹੁੰਦਾ। ਇਸ ਪ੍ਰਕਾਰ ਇਸ ਅਨੁਭਵ ਦੇ ਗ੍ਰਸਥ ਨੇਮ ਨੂੰ ਨਸਲੀ ਚੇਤਨਾ ਜੋ ਪ੍ਰਮੁੱਖ ਰੂਪ ਵਿੱਚ ਮਾਨਸਿਕ ਜੁਝਾਂ ਨੂੰ ਪ੍ਰਮੁੱਖਤਾ ਦਿੰਦੀ ਹੈ ਵਾਲੇ ਗ੍ਰਸਥ ਨਾਲ ਰਲਗੱਡ ਨਹੀਂ ਕਰਨਾ ਚਾਹੀਦਾ। ਨਸਲੀ ਚੇਤਨਾ ਭੈ ਦੀ ਸਥੂਲਤਾ ਦੇ ਕਾਨੂੰਨੀ ਪਹਿਲੂ ਅਤੇ ਲਾਲਚ ਦੇ ਆਪ ਹੁਦਰੇ ਇੰਦਰਿਆਵੀ ਵਰਤਾਰੇ ਦੀ ਅਰਾਜਕਤਾ ਦੇ ਆਜ਼ਾਦੀ ਭਰਮ ਵਿੱਚ ਹੀ ਗ੍ਰਹਿਸਥ 'ਚ ਪ੍ਰਵੇਸ਼ ਕਰਦੀ ਹੈ। ਇਸ ਪ੍ਰਕਾਰ ਇਸ ਗ੍ਰਹਿਸਥ ਅੰਦਰ ਇਹਦੇ ਟੁੱਟਣ ਦੇ ਇਸ਼ਾਰੇ ਵੀ ਪਏ ਹੋਏ ਹਨ। ਇਹ ਮਨੁੱਖ ਦੀ ਸ਼ੁੱਧ ਤਲਾਸ਼ ਨੂੰ ਖਤਮ ਬਲੀਕ ਕੈਦ ਕਰ ਇਸਤਰੀ ਭੈ ਚੋਂ ਜਾਗੀ ਨਸਲੀ ਪੈਤ੍ਰਿਕ ਮਾਨਸਿਕਤਾ ਨੂੰ ਸਥਾਪਿਤ ਕਰਦੀ ਹੈ। ਇੱਥੇ ਗ੍ਰਹਿਸਥ ਵਾਲੀ ਇਸਤਰੀ ਪੈਤ੍ਰਿਕ ਮਾਨਸਿਕਤਾ ਦੇ ਕਾਨੂੰਨ ਵਿੱਚ ਅਤੇ ਸਾਹਿਤ ਦਾ ਰੋਮਾਂਟਿਕ ਪਸਾਰਾ ਕੁਆਰੀ ਚੰਚਲਤਾ ਦੀ ਦੇਹ ਰਸਕਤਾ ਦੀ ਵੰਨ-ਸੁਵੰਨਤਾ ਵਿੱਚ ਲੀਨ ਰਹਿੰਦਾ ਹੈ। ਇਸ ਗ੍ਰਹਿਸਥ ਦੀ ਸਿਰਜਣਾ ਦਾ ਪਸਾਰ ਵੀ ਕਾਲ 'ਚ ਸਰੀਰਕ ਮਾਨਸਿਕ ਬਲ ਦੇ ਖੁਰਨ ਦੇ ਭੈ ਤੋਂ ਮੁਕਤ ਹੋਣ ਦੇ ਆਧਾਰ 'ਤੇ ਉਸਰੇ ਭਾਵ ਜਗਤ 'ਚੋਂ ਹੀ ਹੁੰਦਾ ਹੈ, ਨਾ ਕਿ ਗ੍ਰਹਿਸਥ ਦੀ ਸ਼ੁੱਧ ਸਿਰਜਨਾਤਮਕਤਾ ਦੇ ਅਨੁਭਵ ਵਿੱਚੋਂ। ਇਹ ਸਿਰਜਣਾ ਵਾਰਸ ਦੀ ਤਲਾਸ਼, ਸ਼ਰੀਕ 'ਤੇ ਜਿੱਤ ਅਤੇ ਕਾਲ 'ਚ ਖੁਰਦੀ, ਆਪਣੀ ਦੇਹੀ ਨੂੰ ਕਾਲ ਤੋਂ ਮੁਕਤ ਕਰਾਉਣ ਦੇ ਭਾਵ ਆਦਿ ਦੀ ਮਾਨਸਿਕਤਾ ਦੀ ਮੁਥਾਜ ਹੈ। ਸਾਖੀ ਨੇਮ ਦਾ ਗ੍ਰਹਿਸਥ ਸ਼ੁੱਧ ਆਪੇ ਦੀ ਤਲਾਸ਼ ਵਿੱਚ ਕਾਇਨਾਤ ਦੇ ਸਭ ਭੇਤਾਂ ਨੂੰ ਸ਼ਾਮਲ ਕਰ ਇੱਕ ਦੂਜੇ ਨੂੰ ਪੂਰਨ ਕਰਨ ਦੀ ਸੁਹਿਰਦਤਾ ਨੂੰ ਸਮਾਜਿਕ ਨੇਮ ਦਾ ਹਮਸਫ਼ਰ ਬਣਾਉਂਦਾ ਹੈ। ਇਹ ਰਿਸ਼ਤਿਆਂ ਨੂੰ ਹਰਦੋਗਲੀ ਸਥਿਤੀ ਤੋਂ ਮੁਕਤ ਕਰ ਭਾਵਨਾਤਮਕ ਜਗਤ ਦੀ ਅਮੀਰੀ ਨੂੰ ਸ਼ੁੱਧ ਗਿਆਨ ਵਿੱਚ ਪਲਟਦਾ ਰਹਿੰਦਾ ਹੈ। ਸੋ ਸਾਖੀ ਨੇਮ ਦਾ ਗ੍ਰਹਿਸਥ ਅਨੁਭਵ ਇੰਦਰਿਆਵੀ ਰਸਕਤਾ, ਪ੍ਰੇਮ ਦੇ ਭਾਵਨਾਤਮਕ ਪਾਸਾਰ, ਸਿਰਜਣਾ ਤੇ ਆਪੇ ਦੀ ਭਾਲ ਨੂੰ ਗਿਆਨਮਈ ਬਣਾਉਂਦਾ, ਸਮਾਜਿਕ ਪਹਿਲੂ ਨੂੰ ਵਿੱਚ ਸ਼ਾਮਲ ਕਰ ਇੱਕ ਦੂਜੇ ਨੂੰ ਪੂਰਾ ਕਰਨ ਦੇ ਸਫ਼ਰ 'ਚ ਰਹਿੰਦਾ ਕਾਵਿਕ ਨੇਮ ਸਿਰਜਦਾ ਹੈ। ਪੰਜਾਬੀ ਲੋਕ ਗੀਤਾਂ ਵਿੱਚ ਬਾਬਲ ਦਾ ਧੀ ਤੋਂ ਉਸਦੇ ਸੁਪਨਿਆਂ ਦੇ ਸਾਈਂ ਦੇ ਨਕਸ਼ ਪੁੱਛਣੇ ਤੇ ਉਸਦਾ ਕਾਨ ਕਨ੍ਹਈਆ ਵਰ ਲੋੜੀਏ ਦਾ ਇਜ਼ਹਾਰ ਦੱਸਦਾ ਹੈ ਕਿ ਪੰਜਾਬੀ ਲੋਕ ਗੀਤਾਂ ਵਿੱਚ ਗ੍ਰਹਿਸਥ ਦੇ ਮਰਿਆਦਾਮਈ ਅਨੁਭਵ ਸਾਖੀ ਨੇਮ ਵੱਲ ਹੀ ਵੱਧਦੇ ਹਨ। ਸੁਹਾਗ, ਘੋੜੀਆਂ, ਲੋਕ ਕਾਵਿ ਵੀ ਇਸੇ ਦਿਸ਼ਾ ਦੀ ਗਵਾਹੀ ਦਿੰਦੇ ਹਨ।
ਪੰਜਾਬੀ ਕਿੱਸਾ ਕਵਿਤਾ ਅਤੇ ਸੂਫੀ ਕਵਿਤਾ ਕੁਆਰੀ ਚੰਚਲਤਾ ਦੇ ਮਨੋਭਾਵਾਂ ਨੂੰ ਹੀ ਪੇਸ਼ ਕਰ ਸਕੀ ਹੈ, ਜਾਂ ਨਸਲੀ ਚੇਤਨਾ 'ਚੋਂ ਜਾਗੇ ਗ੍ਰਹਿਸਤ ਨੇਮ ਨੂੰ ਤੋੜਨ ਤੱਕ ਦਾ ਕਰਮ ਹੀ ਕਰ ਰਹੀ ਹੈ। ਇਸ ਦੇ ਸੋਝ ਪਸਾਰ ਨੂੰ ਸਾਖੀ ਨੇਮ 'ਚੋਂ ਜਾਗੇ ਗ੍ਰਹਿਸਤ ਅਨੁਭਵ ਦੇ ਨੁਕਤੇ ਤੋਂ ਵਿਆਖਿਆ ਕਰਕੇ ਹੀ ਪੰਜਾਬੀ ਕਾਵਿ ਆਪਣੇ ਸੰਤੁਲਨ ਵਿੱਚ ਆ ਸਕਦਾ ਹੈ। ਪੰਜਾਬ ਦੀਆਂ ਚਿੰਤਨ ਪਰੰਪਰਾਵਾਂ, ਮਿੱਥ, ਲੋਕ ਸਾਹਿਤ ਅਤੇ ਸਮਾਜਿਕ ਇਤਿਹਾਸਕ ਸਥਿਤੀ ਨੂੰ ਸਾਂਝੇ ਨੁਕਤੇ 'ਤੇ ਲਿਆਉਣ ਲਈ ਇਹ ਸੰਤੁਲਨ ਬੇਹੱਦ ਜ਼ਰੂਰੀ ਹੈ। ਮਨੁੱਖ ਦਾ ਜ਼ਬਤ ਤੋਂ ਬਾਹਰ ਰਹਿੰਦਾ ਭਾਵ ਸੰਸਾਰ ਜ਼ਿੰਦਗੀ ਦੇ ਸ਼ੋਰ ਵਿੱਚ ਤਾਜ਼ਗੀ ਦਾ ਗੀਤ ਬਣ ਛਿਨ ਭਰ ਲਈ ਹੀ ਪ੍ਰਗਟ ਹੋ ਅਲੋਪ ਹੋ ਜਾਂਦਾ ਹੈ। ਇਹ ਜ਼ਿੰਦਗੀ ਦੀ ਥਕਾਨ ਨੂੰ ਛਿਨ ਭਰ ਲਈ ਮੇਟਦਾ, ਮਲਾਪ ਤੋਂ ਸੱਖਣੀ ਰੰਗੀਨ ਸੁਪਨ ਸੰਸਾਰ ਦੀ ਕੋਮਲਤਾ ਸਿਰਜਦਾ ਹੈ। ਦੇਹ ਦੀ ਰਸਕਤਾ ਦਾ ਇਹ ਤੀਖਣ ਛਿਨ ਜੇ ਸਗਲੇ ਮਨ 'ਚ ਫੈਲ ਜਾਏ ਤਾਂ ਇਹ ਤੰਤਰ ਦੀ ਦਿਸ਼ਾ ਵੱਲ ਤੁਰ ਪੈਂਦਾ ਹੈ। ਇਸ ਭਾਵ ਜਗਤ ਦੇ ਤੀਖਣ ਫੈਲਾਅ ਕਲਿਓਪੈਟਰਾ, ਮਿਥ ਆਫ ਮੇਅਰ ਅਤੇ ਤੰਤਰ ਦੀਆਂ ਡਾਕਣੀਆਂ ਤੱਕ ਹੁੰਦੇ ਹਨ। ਸਾਖੀ ਨਿਯਮ ਇਹਨਾਂ ਫੈਲਾਵਾਂ ਦੇ ਧੁਰ ਅੰਦਰ ਚੱਲ ਰਹੇ ਅੰਨੇ ਸਿਆਹ ਜ਼ੋਰ ਨੂੰ ਆਪਣੇ ਸਹਿਜ ਜ਼ੋਰ ਸਾਹਵੇਂ ਨਿਭਾ ਸਮਾਜਿਕ ਮਰਿਆਦਾ ਦੇ ਆਦਰਸ਼ ਵਾਲੀ ਸੇਵਾ ਵਿੱਚ ਲਾ ਲੈਂਦਾ ਹੈ। ਅੰਮ੍ਰਿਤ ਵੇਲਾ ਵਿੱਚ ਗੀਤ ਦੀ ਦਿਸ਼ਾ ਕਲਪਨਾ ਦੀ ਮਰਿਆਦਾਮਈ ਜ਼ਬਤ ਵਿੱਚ ਢਲੀ ਗ੍ਰਹਿਸਤ ਪਾਵਨਤਾ 'ਚੋਂ ਗਿਆਨ, ਸਮਾਜ ਅਤੇ ਮਨੁੱਖੀ ਆਪੇ ਨੂੰ ਇੱਕੋ ਸਾਂਝ ਵਿੱਚ ਪਰੋਹ ਦਿੰਦੀ ਹੈ। ਰਾਣੀ ਦੇ ਰਾਜਾ ਜੀ ਗੋਰੀਏ ਨੀ ਪੂਰਨ ਦੇ ਦਰਸ਼ਨਾਂ ਪਿੱਛੋਂ ਸੁੰਦਰਾਂ ਦੇ ਮਨੋਵੇਗ, ਮਾਹੀ ਬੁੰਦੇ ਲਿਆਇਆ ਢੋਲੇ ਦਾ ਉੱਚਾ ਕੋਈ ਰਾਹ, ਲੈ ਕੇ ਪਿਆਰ ਨਾਲ ਰੌਸ਼ਨ ਕਰ ਬਾਲਮ ਦੇ ਵਿਹੜੇ, ਮਾਂ ਕੇਸਾਂ ਨੂੰ ਤੇਲ ਲਗਾਉਣ ਸਮੇਂ ਧੀ ਸੁੱਚਾਂ ਦੇ ਬੂਹੇ ਕਵਿਤਾਵਾਂ ਇਸੇ ਸੋਝ ਪਸਾਰ ਨੂੰ ਗਾਉਂਦੀਆਂ ਸਾਖੀ ਪਾਵਨਤਾ ਦੇ ਨੇਮ ਦਾ ਪੰਜਾਬੀ ਸੱਭਿਆਚਾਰ ਵਿੱਚ ਵਿਸਥਾਰ ਬਣਦੀਆਂ ਹਨ। ਸਾਖੀ ਅਨੁਭਵ ਵਿਸ਼ਵ ਦੇ ਉੱਚੇ ਅਨੁਭਵ ਵਿੱਚ ਪਾਰਦਰਸ਼ੀ ਇਕਸੁਰਤਾ ਮੰਨ ਕੇ ਨਿੱਜੀ ਵਿਸ਼ੇਸ਼ਤਾ ਨੂੰ ਸਥਾਪਿਤ ਕਰਦਾ ਹੈ। ਫਿਰਥ ਜੋਫ ਸੂਨ ਨੇ ਆਪਣੀ ਪ੍ਰਸਿੱਧ ਪੁਸਤਕ ਟ੍ਰਾਂਸਡੈਂਟ ਯੂਨਿਟੀ ਆਫ ਵਰਲਡ ਰਿਲੀਜਨਜ਼ ਵਿੱਚ ਵਿਸ਼ਵ ਧਰਮਾਂ ਦੀ ਆਤਮਾ ਦੇ ਸਾਂਝੇ ਸੂਤਰ ਪੇਸ਼ ਕੀਤੇ ਹਨ। ਸਾਖੀ ਅਨੁਭਵ ਇਨ੍ਹਾਂ ਸਾਂਝੇ ਸੂਤਰਾਂ ਦੀ ਸਰਗੁਣਤਾ ਦੀ ਇਕਸੁਰਤਾ ਦਰਸਾਉਂਦਾ ਹੈ। ਇਹ ਬਾਹਰੀ ਵਿਭਿੰਨਤਾ ਪਿੱਛੇ ਚੱਲ ਰਹੀ
ਇਕਸੁਰਤਾ ਦੇ ਯਕੀਨ ਨਾਲ ਬਾਹਰੀ ਸਥੂਲਤਾ ਵਿਚਲੀ ਸਮਾਨਤਾ ਦੇ ਰਾਹਾਂ ਦਾ ਸਤਿਕਾਰ ਕਰਦਾ ਉਹਨਾਂ ਦੀ ਵਿਭਿੰਨਤਾ ਨੂੰ ਮਾਣਦਾ ਹੈ। ਸਾਖੀ ਅਨੁਭਵ ਅੰਦਰ ਵਹਿੰਦੀ ਸੁਰਤ ਦੀ ਅਤ ਤੇਜ਼ ਤੇ ਮਹੀਨ ਗਤੀ ਆਪਣੀ ਬਾਹਰੀ ਸਾਦਗੀ ਦੇ ਸਹਿਜ ਨੂੰ ਮਰਿਆਦਾ ਕਾਰਨ ਹਰ ਘੜੀ ਬਰਕਰਾਰ ਰੱਖਦੀ ਹੈ। ਇਸ ਅੰਦਰਲੇ ਵਹਿਣ ਕਾਰਨ ਹਰ ਸ਼ੈ ਵਿੱਚ ਅਸੰਖਾਂ ਬ੍ਰਹਿਮੰਡ ਸਮਾਏ ਹੋਏ ਹਨ ਅਤੇ ਬ੍ਰਹਿਮੰਡਾਂ ਦੀ ਇਕਸੁਰਤਾ ਦੇ ਤਾਲ ਦਾ ਦੈਵੀ ਨਾਚ ਚੱਲ ਰਿਹਾ ਹੈ। ਹਰ ਸ਼ੈ ਵਿੱਚ ਹਰ ਸ਼ੈ ਸਮਾਈ ਪਈ ਹੈ। ਲਹੂ ਖੁਰਸ਼ੀਦ ਕਾ ਟਪਕੇ ਗਰਜਰੇ ਕਾ ਦਿਲ ਚੀਰੇ। ਮੁਹੰਮਦ ਇਕਬਾਲ। ਇਸ ਦੀ ਮਰਿਆਦਾ ਦਾ ਸਹਿਜ, ਸਾਦਗੀ 'ਚ ਰਹਿਣ ਦਾ ਤਾਣ ਇਸ ਦੇ ਸੀਨੇ 'ਚ ਭਰਦਾ ਹੈ। ਕਿਣਕੇ 'ਚੋਂ ਬ੍ਰਹਿਮੰਡ ਧੜਕਦੇ ਹਨ, ਪਰ ਮਰਿਆਦਾ ਦਾ ਦੈਵੀ ਅਨੁਭਵ ਉਸ ਦੀ ਬਾਹਰੀ ਹੋਂਦ ਨੂੰ ਕਿਣਕੇ ਵਾਂਗ ਹੀ ਬਰਕਰਾਰ ਰੱਖਦਾ ਹੈ। ਸ਼ਬਦ ਧਰਤੀ ਦੇ ਕੁੱਲ ਦੈਵੀ ਅਨੁਭਵ ਦੀ ਪਾਰਦਰਸ਼ੀ ਇਕਸੁਰਤਾ ਦਾ ਪ੍ਰਗਟਾਵਾ ਕਰਦਾ ਹੈ, ਜੋ ਕਾਲ ਦੀ ਸਗਲੀ ਵੰਨ-ਸੁਵੰਨਤਾ ਨੂੰ ਆਪਣੀ ਡੂੰਘੀ ਤਹਿ ਵਿੱਚ ਰਮਾ ਕੇ ਰੱਖਦਾ ਹੈ। ਸਾਖੀ ਇਸੇ ਪਾਰਦਰਸ਼ੀ ਇਕਸੁਰਤਾ ਵਿੱਚ ਰਮੇ ਕਾਲ ਫੈਲਾਅ ਵਿੱਚੋਂ ਮੌਲਿਆ ਸਰਗੁਣੀ ਵਰਤਾਰਾ ਹੈ। ਮਨੁੱਖੀ ਅਗਿਆਨਤਾ ਜਦੋਂ ਇਸ ਪਾਰਦਰਸ਼ੀ ਇਕਸੁਰਤਾ ਦੇ ਸਰਗੁਣੀ ਵਰਤਾਰੇ ਦੀ ਰਮਜ ਨਹੀਂ ਪਛਾਣਦੀ, ਤਾਂ ਉਹ ਆਪਣੀ ਹਉਂ ਦੇ ਚੱਲਣ ਲਈ ਦਵੰਦ ਸਿਰਜ ਲੈਂਦੀ ਹੈ। ਇਸੇ ਦਵੰਦ ਨੂੰ ਕਾਲ 'ਚ ਫੈਲਾ ਕਰਮ ਕਮਾਉਂਦੀ ਅਗਿਆਨਤਾ ਹਜ਼ਾਰਾਂ ਭਟਕਣਾ ਸਿਰਜ ਮਨੁੱਖਤਾ ਨੂੰ ਵੰਨ ਸਵੰਨੇ ਭਰਮਾਂ ਦੀ ਰੰਗੀਨੀ 'ਚ ਉਲਝਾ ਜੀਵਨ ਦੇ ਸੱਚ ਨੂੰ ਦੁੱਖ ਦੇ ਪਰਦੇ ਹੇਠ ਛੁਪਾ ਦਿੰਦੀ ਹੈ। ਸਾਖੀ ਅਨੁਭਵ ਕਾਲ ਦਵੰਦ ਦੀ ਬੇਰਸੀ ਨਪੀੜੀ ਹਾਲਤ ਨੂੰ ਉਸ ਦੇ ਅੰਤ 'ਚ ਵਿਸ ਬਣਦੇ ਰਸ ਮੰਡਲਾਂ, ਅਧੂਰੇ ਗਿਆਨ ਪਸਾਰਾਂ ਤੋਂ ਮੁਕਤੀ ਦਿਵਾਉਂਦਾ ਹੈ। ਇਸ ਇਕਸੁਰਤਾ ਵਿੱਚ ਸਥਾਨਕਤਾ ਦੀ ਰਸਕਤਾ ਨੂੰ ਕਾਲ ਜਕੜ ਤੋਂ ਮੁਕਤ ਕਰਨ ਦੀ ਤਾਕਤ ਹੈ। ਇਹ ਕਾਲ ਗਤੀ ਅੰਦਰ ਸਰਗੁਣੀ ਸੱਚ ਦੇ ਵਿਭਿੰਨ ਕੇਂਦਰਾਂ ਨੂੰ ਸੰਪੂਰਨਤਾ ਦੇ ਕਿੰਨੇ ਹੀ ਬ੍ਰਹਿਮੰਡ ਸਿਰਜ ਇੱਕ ਦੂਜੇ ਵਿੱਚ ਸਮਾਉਂਦੇ, ਰਲ ਕੇ ਰਾਸ ਪਾਉਂਦੇ ਅਤੇ ਫਿਰ ਅੱਗੋਂ ਹੋਰ ਵਡੇਰੇ ਮੰਡਲਾਂ ਦੇ ਨਿੱਤ ਨਵੇਂ ਫੈਲਾਅ ਧਾਰਦੀ ਅਨੰਤ ਅਸਗਾਤਾ ਵਿੱਚ ਚੱਲਦੇ ਦਿਖਾ ਸਕਦੀ ਹੈ। ਸਾਖੀ ਅਨੁਭਵ ਦੇ ਵਿਸ਼ਾਲ ਤੇ ਸੰਘਣੇ ਪਸਾਰ
ਸਾਖੀ ਅਨੁਭਵ ਦੇ ਵਿਸ਼ਾਲ ਤੇ ਸੰਘਣੇ ਪਸਾਰ ਸਾਹਮਣੇ ਨੈਤਿਕਤਾ 'ਚੋਂ ਜਾਗੀ ਸਹਿਣਸ਼ੀਲਤਾ ਬਹੁਤ ਹੀ ਕਮਜ਼ੋਰ ਤੇ ਅਕਹਿਰਾ ਸੁਝਾਅ ਹੈ। ਟੇਜ ਲਿੰਡਬੋਮ ਅਨੁਸਾਰ ਇਹ ਅਕਹਿਰਾ ਰੇਖਕੀ, ਤਿੜਕਿਆ, ਸਵੈ ਵਿਰੋਧੀ ਅਤੇ ਅਧੂਰਾ ਵਰਤਾਰਾ ਹੈ ਜੋ ਧਰਤੀ ਦੇ ਨੀਵੇਂ ਧਰਾਤਲਾਂ 'ਚ ਹੀ ਉੱਚਾ ਸੁਨੇਹਾ ਦਿੰਦਾ ਹੈ। ਨੈਤਿਕਤਾ ਦਾ ਰੇਖਕੀ ਪਾਸਾਰ ਚੇਤਨਾ ਦੀ ਗਹਿਰਾਈ ਅਤੇ ਅਸਮਾਨੀ ਉਡਾਰੀ ਨੂੰ ਨਜ਼ਰਅੰਦਾਜ਼ ਕਰ ਸੁਧਾਰਕ ਨੁਕਤਾ ਨਿਗਾਹ ਦਾ ਧਾਰਨੀ ਰਹਿੰਦਾ ਅਕਾਵਿਕ ਕਰਮ ਕਰਮਾਉਂਦਾ ਹੈ। ਸਾਖੀ ਨੇ ਨੈਤਿਕਤਾ ਦੇ ਪਸਾਰਾਂ ਨੂੰ ਅਨੁਭਵ ਦੀਆਂ ਉਪਰੋਕਤ ਸੰਘਣੀਆਂ ਤਹਿਾਂ ਦੀ ਵੰਨ-ਸੁਵੰਨਤਾ ਵਾਲੀ ਇਕਸੁਰਤਾ ਦੀ ਸ਼ਰਨ 'ਚ ਰੱਖਦਾ ਹੈ। ਸਾਖੀ ਅਨੁਭਵ ਦੀ ਵਿਸ਼ਾਲਤਾ ਸਾਹਮਣੇ ਦੂਜੇ ਨੂੰ ਸਹਿਣ ਕਰਨ ਦਾ ਸੁਝਾਅ ਉਸ ਉੱਤੇ ਨਸਲੀ ਮਾਨਸਿਕਤਾ ਦੇ ਕਬਜ਼ੇ ਨੂੰ ਮਾਮੂਲੀ ਜਿਹੀ ਚੋਟ ਹੀ ਕਰਦਾ ਹੈ। ਸਾਖੀ ਅਨੁਭਵ ਦੂਰੀਆਂ ਵਿਚਲੀ ਇਕਸੁਰਤਾ ਪਹਿਚਾਣ ਕਰਦਾ ਸਥਾਨਕਤਾ ਦੀ ਵਿਸ਼ਵ ਵਿਆਪਕਤਾ ਅਤੇ ਬ੍ਰਹਿਮੰਡਤਾ ਦਾ ਨਿੱਕੇ ਅਣੂ ਦੇ ਘਰ ਵਸਣਾ ਇਕੱਠਾ ਹੀ ਪਹਿਚਾਣਦਾ ਤੇ ਮਾਣਦਾ ਹੈ। ਕੈਲਾਸ਼ ਦੀਆਂ ਸਮਾਧੀਆਂ ਵਿੱਚ ਬੁੱਧ ਸਮਾਧੀ ਅਤੇ ਹਿਰਾ ਦੀ ਗੁਫਾ ਦੀਆਂ ਸਮਾਧੀਆਂ ਦੇ ਇੱਕ ਦੂਜੇ 'ਚੋਂ ਲੰਘਦੇ ਪਾਰਦਰਸ਼ੀ ਇਸ਼ਾਰੇ, ਸੂਫੀ ਸਮੈਂ ਤੇ ਮਧੂਬਨ ਦੀ ਰਾਸ ਆਦਿ ਦੀ ਆਪਣੀ ਨਿੱਜੀ ਵਿਸ਼ੇਸ਼ਤਾ ਨੂੰ ਮਾਣਦੇ ਇੱਕ ਦੂਜੇ 'ਚ ਘੁਲੇ ਹੋਏ ਅਨੁਭਵ ਸਾਖੀ ਨੇਮ ਅੰਦਰ ਵਸਦੇ ਹਨ। ਪਰਮਵੀਰ ਸਿੰਘ ਦਾ ਕਾਵਿ ਅਜਿਹੇ ਸੱਚ ਦੀ ਪ੍ਰਵਾਜ ਦਾ ਗੀਤ ਹੈ ਜੋ ਅਜੋਕੇ ਸਮਿਆਂ ਵਿੱਚ ਦੁਰਲੱਭ ਹੈ। ਅੰਮ੍ਰਿਤ ਵੇਲਾ ਵਿੱਚ ਵਿਸ਼ਨੂੰ ਜੀ ਬੁੱਤ ਘਾੜੇ ਦੀ ਵੇਦਨਾ, ਕ੍ਰਿਸ਼ਨ ਜੀ ਤਟ ਜਮਨਾ ਦੇ ਵਣ ਵਿੱਚ ਹੋਲੀ ਆਦਿ ਜੁਗਾਦੀ ਸੱਚ, ਕੌਣ ਬਜਾਏ ਬਾਂਸਰੀ, ਬ੍ਰਜ ਦੀ ਧਰਤੀ, ਜਮਨਾ ਦਾ ਕੰਢਾ, ਸੱਚ ਦਾ ਦੁਆਰ ਆਦਿ, ਰਾਮ ਜੀ, ਪੰਚਵਟੀ, ਦੋ ਵਿਛੜੀਆਂ ਰੂਹਾਂ, ਗੁਰੂ ਨਾਨਕ ਜੀ ਕੱਤਕ ਮਾਹ ਨੂੰ, ਰਾਵੀ ਕੰਢੇ ਬੈਠਾ ਕੌਣ, ਭੈਣ ਨਾਨਕੀ ਤੇ ਚੰਨ, ਵੱਜੀ ਏ ਰਬਾਬ ਕੋਈ ਰਾਹੀਂ, ਸਾਖੀ ਪਾਵਨਤਾ ਦੀ ਸੁੱਚਤਾ ਦਾ ਸਿਮਰਨ ਕੀਤਾ ਗਿਆ ਹੈ। ਇਹ ਅੰਮ੍ਰਿਤੀ ਦੇਹਾਂ ਦੀ ਸੁੱਚਤਾ, ਧਰਤੀ ਦੀ ਸਾਂਝੀ ਸੁੱਚਤਾ ਦਾ ਇੱਕ ਦੂਜੇ 'ਚ ਹਲੂਲ ਹੋਇਆ ਅੰਮ੍ਰਿਤ ਵੇਲਾ ਹੈ। ਸਾਖੀ ਅਨੁਭਵ ਵਾਲੇ ਪੰਜਾਬੀ ਲੋਕ ਗੀਤਾਂ ਵਿੱਚ ਰਾਮ ਜੀ ਤੇ ਕ੍ਰਿਸ਼ਨ ਜੀ ਦਾ ਬਿੰਬ ਘੁੰਮਦਾ ਹੈ। ਰਾਮ ਜੀ ਦਾ ਬਿੰਬ ਗ੍ਰਸਤ ਭਾਵਨਤਾ ਦੇ ਸ਼ੁੱਧ ਦੈਵੀ ਸਰੂਪ ਦੀ ਉਚਾਈ ਹੈ ਜੋ ਆਪਣੀ ਸ਼ੁੱਧਤਾ ਉੱਤੇ ਛੋਟੀ ਮਰਿਆਦਾ ਦੇ ਭਾਰ ਨੂੰ ਚੁੱਪ ਵਿੱਚ ਸਹਿੰਦੀ ਦੁੱਖ ਜਰਦੀ ਆਪਣੇ 'ਤੇ ਦਾਗ ਲਵਾ ਸੰਤੁਲਿਤ ਮਰਿਆਦਾ ਦੀ ਲੋੜ ਦਾ ਇਸ਼ਾਰਾ ਕਰਦੀ ਹੈ। ਕ੍ਰਿਸ਼ਨ ਜੀ ਦਾ ਬਿੰਬ ਕਾਵਿ ਵਿੱਚ ਰੰਗਾਂ, ਭਾਵਾਂ, ਦੇਹ ਦੀ ਰਸਕ ਕੇਲ ਨੂੰ ਫੈਲਾਉਂਦਾ ਗੀਤਾ ਦੇ ਗਿਆਨ ਜਪਤ 'ਚ ਹੈ। ਮਧੂਬਨ
ਤੇ ਜਮਨਾ ਤੱਟ ਤੇ ਮੋਰ ਪੰਖ ਦੇ ਸਾਏ ਵਾਂਗ ਘੁੰਮਦਾ ਇਹ ਬਿੰਬ ਫਾਰਸੀ ਪੀਰੇ ਮੁਗਾਂ ਤੇ ਸਾਕੀ ਨਾਲੋਂ ਵੱਧ ਭਰਪੂਰ ਹੈ। ਫਾਰਸੀ ਸੋਝ ਤੇ ਨਾਜ਼ ਨਖਰਾ ਕੁਦਰਤ ਦੀ ਇੰਨੀ ਭਰਪੂਰਤਾ ਦਾ ਉਛਾਲ ਨਹੀਂ ਦਿੰਦਾ। ਅਮੀਰ ਖੁਸਰੋ, ਬੁੱਲੇ ਸ਼ਾਹ, ਗੁਲਾਮ ਫਰੀਦ ਆਦਿ ਸੂਫੀ ਕ੍ਰਿਸ਼ਨ ਬਿੰਬ ਦੇ ਰੰਗਾਂ 'ਚ ਸਰਸ਼ਾਰ ਹੁੰਦੇ ਫਾਰਸੀ ਭਾਸ਼ਾ ਨਾਲੋਂ ਬ੍ਰਜ ਭਾਸ਼ਾ ਵੱਲ ਖਿੱਚੇ ਜਾਂਦੇ ਹਨ। ਪਰਮਵੀਰ ਸਿੰਘ ਨੇ ਪੰਜਾਬੀ ਕਾਵਿ ਨੂੰ ਕ੍ਰਿਸ਼ਨ ਬਿੰਬ ਦੀ ਸੁਰੀਲੀ ਤਾਨ ਹਵਾਲੇ ਬੜੀ ਹੀ ਭਰਪੂਰਤਾ ਨਾਲ ਕੀਤਾ ਹੈ। ਸੂਫੀ ਦੀ ਸ਼ਰ੍ਹਾ ਤੋਂ ਬਾਹਰ ਜਾਂਦੀ ਮਸਤੀ ਕ੍ਰਿਸ਼ਨ ਰੰਗ ਦੇ ਹਵਾਲੇ ਹੋ ਗੀਤਾ ਤੇ ਵਿਰਾਟ ਪੁਰਸ਼ ਦੇ ਜਪਤ ਨਾਲ ਮੁੜ ਮਰਿਆਦਾ ਦੀ ਰੌਣਕ ਨਾਲ ਇਕਸਰ ਹੋਣ ਦਾ ਇਸ਼ਾਰਾ ਸਾਂਭੀ ਬੈਠੀ ਹੈ। ਅੰਮ੍ਰਿਤ ਵੇਲਾ ਵਿੱਚ ਸਾਖੀ ਪਾਵਨਤਾ ਦੇ ਸਿਮਰਨ ਦਾ ਇੱਕ ਹੋਰ ਅਹਿਮ ਪਹਿਲੂ ਸਮਾਜ ਵਿਚਲੀ ਚੀਜ਼ ਹੈ। ਕਵੀ ਦੀ ਮਨੁੱਖੀ ਹਮਦਰਦੀ ਇਸ ਹੱਦ ਤੱਕ ਸੰਵੇਦਨਾ ਭਰੀ ਹੈ, ਸਗਲੀ ਕੁਦਰਤ ਉਸ ਦੇ ਦਰਦ ਵਿੱਚ ਸ਼ਾਮਲ ਹੋ ਜਾਂਦੀ ਹੈ। ਕਵੀ ਮਨੁੱਖਤਾ ਦੇ ਪਾਸ਼ਵਿਕ ਘਾਣ ਅਤੇ ਕੁਦਰਤ ਦੇ ਉਜਾੜੇ ਨੂੰ ਇੱਕੋ ਰੂਪ ਹੀ ਮੰਨਦਾ ਹੈ। ਇੱਕ ਹੌਕਾ ਕਵਿਤਾ ਚਾਰੇ ਭਾਗ ਕੁਦਰਤ ਦੇ ਉਜਾੜੇ ਤੇ ਮਨੁੱਖਤਾ ਦੇ ਦਰਦ ਨੂੰ ਬੇਹੱਦ ਭਾਵਪੂਰਤ ਢੰਗ ਨਾਲ ਪੇਸ਼ ਕਰਦੀ ਸਾਖੀ ਅਨੁਭਵ ਦਾ ਵਿਸਥਾਰ ਬਣਦੀ ਹੈ। ਕਵੀ ਦਾ ਸਾਖੀ ਪਾਵਨਤਾ ਨਾਲ ਰਿਸ਼ਤਾ ਇੰਨਾ ਸੰਤੁਲਿਤ ਹੈ ਕਿ ਉਹ ਉਸ ਦੇ ਕਿਸੇ ਵੀ ਫੈਲਾਅ ਵਿੱਚ ਕਲਪਨਾ, ਰਹੱਸ, ਬੋਧ ਤੇ ਸਮਾਜਿਕ ਸੰਦਰਭ ਪੱਖੋਂ ਵਿਘਨ ਨਹੀਂ ਆਉਣ ਦਿੰਦਾ। ਸਾਖੀ ਪਾਵਨਤਾ ਦੇ ਸਿਮਰਨ ਦੇ ਫੈਲਾਵਾਂ ਵਿੱਚੋਂ ਹੀ ਸਮਾਜ ਨੂੰ ਬਦਲਣ ਦੀ ਸ਼ੁੱਧ ਸੰਤੁਲਿਤ ਜਾਗਰਤੀ ਪੈਦਾ ਹੋ ਸਕਦੀ ਹੈ। ਸੋ ਕਵੀ ਮਨੁੱਖ, ਕੁਦਰਤ ਤੇ ਸਮਾਜ ਦੀ ਦਰਦਮੰਦ ਹਾਲਤ ਦਾ ਇਲਾਜ ਵੀ ਸਾਖੀ ਅਨੁਭਵ ਦੀ ਰਮਝ 'ਚ ਦੇਖਦਾ ਹੈ। ਸਾਖੀ ਪਾਵਨਤਾ ਦੇ ਸਿਮਰਨ ਦੀ ਇੱਕ ਅਮੁੱਲ ਦਿਸ਼ਾ ਇਹ ਹੈ ਕਿ ਇਹ ਆਪਣੇ ਵਿਸਮਾਦ ਨਾਲ ਮਨੁੱਖੀ ਚੇਤਨਾ ਨੂੰ ਅਲਗਾਵ ਤੋਂ ਹਰ ਘੜੀ ਬਚਾ ਕੇ ਰੱਖਦੀ ਹੈ। ਅਨੰਤ ਦੂਰੀਆਂ ਵਿੱਚ ਇਕਸੁਰਤਾ ਮਾਨਣਾ ਨਿੱਕੀ ਹੋਂਦ ਵਿੱਚ ਬ੍ਰਹਿਮੰਡੀ ਹੋਂਦ ਦੇ ਰਾਹ ਭਾਲਣਾ ਇਸ ਦਾ ਦਸਤੂਰ ਹੈ। ਕਵੀ ਨੇ ਸੁਨੀਤਾ ਵਿਲੀਅਮ ਦੀ ਪੁਲਾੜ ਯਾਤਰਾ ਨੂੰ ਧਰਤੀ ਸਮਾਨ ਦੀਆਂ ਸਾਂਝਾਂ ਦੇ ਗਾਇਨ ਵਿੱਚ ਚਿਤਰਿਆ ਹੈ। ਮੈਂ ਤਾਂ ਗਈ ਸਾਂ ਤਾਰਿਆਂ ਦੀ ਆਵਾਜ਼ ਸੁਣ ਕਵਿਤਾ ਵਿੱਚ ਕਵੀ ਆਕਾਸ਼ ਪਤਾਲ ਦੇ ਮਹਾਂਪਸਾਰ ਨੂੰ ਨਾਰੀ ਦੇ ਗੀਤ ਵਾਂਗ ਦੇਖਦਾ ਹੈ। ਧਰਤੀਆਂ ਦੇ ਸੁਪਨੇ ਆਕਾਸ਼ ਦੀ ਅੱਖ ਵਿੱਚ ਕਿਸ ਰੰਗੀਨੀ ਨਾਲ ਸਮਾਏ ਵਿਸਮਾਦ ਦਾ ਸਾਂਝਾ ਗੀਤ ਗਾ ਰਹੇ ਹਨ। ਕਵੀ ਵਿਗਿਆਨ ਅੰਦਰਲੇ ਵਿਸਮਾਦ ਨੂੰ ਕਾਇਨਾਤ ਦੇ ਸਾਂਝੇ ਨੇਮ ਨਾਲ ਜੋੜ ਉਸ ਨੂੰ ਵੀ ਗੀਤ ਬਣਾ ਦਿੰਦਾ ਹੈ। ਅੰਮ੍ਰਿਤ ਵੇਲਾ ਸਵੱਛਤਾ ਦਾ ਸੋਮਾ ਹੈ ਜੋ ਪਾਰਦਰਸ਼ੀ ਦੇਹ ਦੀ ਪਾਵਨਤਾ ਦਾ ਸਿਮਰਨ ਕਰਦਾ ਜ਼ਿੰਦਗੀ ਨੂੰ ਭਰਪੂਰ ਕਰਨ ਦੀ ਜੁਸਤਜੂ ਰੱਖਦਾ ਹੈ।
ਅਜੋਕੇ ਸਮਿਆਂ ਦੀ ਤਰਾਸਦੀ ਦੇ ਵਿਭਿੰਨ ਪਸਾਰਾਂ ਦਾ ਵਿਸ਼ਲੇਸ਼ਣ ਕਰਦੇ ਰੈਨੇ ਗੁਨਾ ਲਿਖਦੇ ਹਨ ਕਿ ਅਜੋਕਾ ਮਨੁੱਖ ਸ਼ੁੱਧ ਪਾਰਦਰਸ਼ੀ ਪਰਾਭੌਤਿਕਤਾ ਗਵਾਉਣ ਕਾਰਨ ਗੁਣ ਦੀ ਥਾਂ ਗਿਣਤੀ ਦਾ ਮੁਹਤਾਜ ਹੋ ਗਿਆ ਹੈ। ਵਿਦਵਤਾ ਵੀ ਨਿੱਕੇ ਰੁਝਾਨਾਂ ਨੂੰ ਮਹੱਤਤਾ ਦੇ, ਉੱਚੀਆਂ ਕੀਮਤਾਂ ਨੂੰ ਦਾਅ 'ਤੇ ਲਾ ਉਹਨਾਂ ਦੀ ਪੈਰਵੀ ਦੇ ਖਿਆਲੀ ਉਤਰਾਅ ਚੜ੍ਹਾਅ 'ਚੋਂ ਕੋਈ ਤਸੱਲੀ ਲੱਭ ਰਹੀ ਹੈ। ਮਨੁੱਖ ਆਪਣੇ ਮੂਲ ਧੁਰੇ ਤੋਂ ਟੁੱਟ ਆਪ ਹੁਦਰੇ ਪ੍ਰੀਖਣਾਂ 'ਚ ਘਿਰ ਗਿਆ ਹੈ, ਜਿਸ ਕਾਰਨ ਜ਼ਿੰਦਗੀ ਦਾ ਹਰ ਪਹਿਲੂ ਨਿਵਾਣ ਵੱਲ ਤੁਰ ਘਾਤਕ ਹੋ ਗਿਆ ਹੈ। ਇੱਥੇ ਰੈਨੇ ਗੁਨਾ ਦੇ ਵਿਚਾਰ ਸਮਾਪਤ ਹੁੰਦੇ ਹਨ। ਅੱਗੇ ਸਾਹਿਤ ਵੀ ਇਸ ਬਿਰਤੀ ਦਾ ਸ਼ਿਕਾਰ ਹੋ ਗਿਆ ਹੈ। ਅਜਿਹੇ ਸਮਿਆਂ ਵਿੱਚ ਅੰਮ੍ਰਿਤ ਵੇਲਾ ਕਿਤਾਬ ਆਪਣੇ ਅੰਦਰ ਕਿਸੇ ਸੰਤੁਲਨ ਨੂੰ ਪਾਲਦੇ ਹੋਏ ਜ਼ਿੰਦਗੀ ਦਾ ਗੀਤ ਗਾਉਂਦਿਆਂ ਮਨੁੱਖ ਨੂੰ ਸਾਖੀ ਪਾਵਨਤਾ ਦੇ ਸਿਮਰਨ ਰਾਹੀਂ ਉਸ ਦੇ ਮੂਲ ਧੁਰੇ ਦੇ ਸੰਤੁਲਨ ਨਾਲ ਜੋੜਦੀ ਹੈ। ਇੱਥੇ ਭੂਮਿਕਾ ਦਾ ਆਖਰੀ ਵਿਚਾਰ ਸੀ। ਇੱਥੇ ਭੂਮਿਕਾ ਖਤਮ ਹੁੰਦੀ ਹੈ। ਇਹ ਵਿਚਾਰ ਪ੍ਰੋਫੈਸਰ ਜਗਦੀਸ਼ ਸਿੰਘ ਜੀ ਦੇ ਸਨ। ਨਾਲ ਪ੍ਰਕਾਸ਼ ਅੰਮ੍ਰਿਤਸਰ ਨੂੰ ਉਹ ਬਿਲੋਂਗ ਕਰਦੇ। ਅਤੇ ਅੱਗੇ ਮੈਂ ਆਪਣੀ ਬਾਣੀ ਨੂੰ ਵਿਰਾਮ ਦਿੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।